सत श्री अकाल जी। मैं आस करदा तुसीं तंदुरुस्त होवोगे, ठीक ठाक होवोगे, चढ़दी कला च होवोगे। एक बारी फिर रूबरू हो रहे हैं। ये सिलसिला कुछ दिनों तक जारी रखना पऊगा। इहदी वजह यह आ, आपदी गल जदों संगत च लैके जानी आ, लोकां ताईं लैके जानी आ, तो कुछ प्लेटफॉर्म हुंदे आ, उन्हां चों एक प्लेटफॉर्म सोशल मीडिया या कुछ इंटरव्यूज़ दे राहीं तुहाडे ताईं रूबरू हो जाने आ। सो गल जिथों अज आपां शुरू करनी है ना, भी पंजाब ते साडे लोक आपदी होंद दी लड़ाई लड़ रहे हैं। हुण होंद दी लड़ाई किसी खला चों तां प्रगट होई नहीं, किसी वैक्यूम चों तां आई नहीं। होंद दी लड़ाई लड़ी जा रही आ। उहदे लई सब तो पहलां बुनियादी कुछ गल्लां हुंदियां जिहड़ियां साडे लई समझणियां जरूरी आ। ਉਹ ਇਹ ਆ ਵੀ ਪੰਜਾਬ ਜਾਂ ਕਿਸੇ ਵੀ ਖਿੱਤੇ ਦਾ ਇੱਕ ਸੋਸ਼ਲ ਸਟਰਕਚਰ ਜਿਹੜਾ ਇੱਕ ਸਮਾਜ ਹੁੰਦਾ, ਉਹ ਕਿਸੇ ਨਾ ਕਿਸੇ ਕਦਰਾਂ ਕੀਮਤਾਂ ਤੇ ਖੜਾ ਹੁੰਦਾ, ਕਿਸੇ ਮਾਨਤਾਵਾਂ ਤੇ ਖੜਾ ਹੁੰਦਾ, ਜਿਹਨੂੰ ਅਸੀਂ ਉਸ ਸਮਾਜ ਦਾ ਵੈਲਿਊ ਸਿਸਟਮ ਕਹਿੰਦੇ ਆ। ਜਦੋਂ ਉਹ ਕਿਸੇ ਕਦਰਾਂ ਕੀਮਤਾਂ ਤੇ ਖੜਾ ਹੁੰਦਾ, ਸੋ ਉਹਨਾਂ ਕਦਰਾਂ ਕੀਮਤਾਂ ਦੇ ਆਧਾਰ ਤੇ ਹੀ ਉੱਥੋਂ ਦੇ ਇੰਸਟੀਟਿਊਟਸ ਕੰਮ ਕਰਦੇ ਆ, ਉੱਥੋਂ ਦੀ ਸੋਚ ਕੰਮ ਕਰਦੀ ਆ, ਉੱਥੇ ਇੱਕ ਸੱਭਿਆਚਾਰਕ ਹੋਂਦ ਪੈਦਾ ਹੁੰਦੀ ਆ। ਤੇ ਇਹ ਸਭ ਇੱਕ ਸਮਾਜ ਬਣ ਕੇ ਫਿਰ ਮਨੁੱਖ ਘੜਦਾ, ਇੱਕ ਖਾਸ ਤਰ੍ਹਾਂ ਦੇ ਮਨੁੱਖ ਘੜਦਾ। ਜਿਵੇਂ ਕਿ ਸਾਡੇ ਖਿੱਤੇ 'ਚ ਅਸੀਂ ਜੇ ਕਦਰਾਂ ਕੀਮਤਾਂ ਦੀ ਗੱਲ ਕਰੀਏ ਤਾਂ ਸਾਡੀਆਂ ਕਦਰਾਂ ਕੀਮਤਾਂ ਸਾਡੇ ਰਹਿਬਰਾਂ ਤੋਂ, ਸਾਡੇ ਗੁਰੂਆਂ ਤੋਂ ਸਾਨੂੰ ਮਿਲੀਆਂ ਹੋਈਆਂ ਹੈ ਨਾ। ਸੋ ਉਹਨਾਂ ਕਦਰਾਂ ਕੀਮਤਾਂ ਦੇ ਆਧਾਰ ਤੇ ਹੀ ਸਾਨੂੰ ਇੱਕ ਖਾਸ ਤਰੀਕੇ ਨਾਲ ਸਾਨੂੰ ਸੁਭਾਅ ਮਿਲਦਾ, ਅਸੀਂ ਇੱਕ ਖਾਸ ਤਰ੍ਹਾਂ ਦੇ ਮਨੁੱਖ ਘੜੇ ਜਾਂਦੇ ਆ ਤੇ ਇਹਦੇ ਨਾਲ ਹੀ ਇੱਕ ਸਾਡੀ ਸੱਭਿਆਚਾਰਕ ਹੋਂਦ ਪੈਦਾ ਹੋ ਜਾਂਦੀ ਆ। ਹੁਣ ਜੇ ਉਹਨਾਂ ਕਦਰਾਂ ਕੀਮਤਾਂ ਤੇ ਪਹਿਲੀ ਗੱਲ ਤਾਂ ਅਸੀਂ ਕੰਪਰੋਮਾਈਜ਼ ਕਰਨ ਲੱਗ ਜਾਈਏ, ਸਮਝੌਤਾ ਹੀ ਕਰਨ ਲੱਗ ਜਾਈਏ, ਤਾਂ ਸਿੱਧੀ ਗੱਲ ਜਾ ਕੇ ਸਾਡੀ ਹੋਂਦ ਤੇ ਜੁੜਦੀ ਆ। ਫਿਰ ਆਪਦੀ ਹੋਂਦ ਦੀ ਲੜਾਈ ਲੜ ਰਹੇ ਆ। ਲੜਾਈ ਕੀ ਆ? ਲੜਾਈ ਆ ਹੋਂਦ ਦੀ। ਜਦੋਂ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਆ, ਲੜਾਈ ਉੱਥੇ ਵੀ ਹੋਂਦ ਦੀ ਆ। ਮਾਂ ਬੋਲੀ ਦੀ ਗੱਲ ਕਰਦੇ ਆ, ਲੜਾਈ ਉੱਥੇ ਵੀ ਹੋਂਦ ਦੀ ਆ। ਆਪਦੇ ਫਲਸਫਿਆਂ ਦੀ ਗੱਲ ਕਰਦੇ ਆ, ਲੜਾਈ ਉੱਥੇ ਵੀ ਹੋਂਦ ਦੀ ਆ। ਜਦੋਂ ਅਸੀਂ ਸਾਡੇ ਰਹਿਬਰਾਂ ਤੇ ਕੋਈ ਸਵਾਲ ਚੱਕਦਾ, ਸਾਡੇ ਗੁਰੂਆਂ ਤੇ ਸਵਾਲ ਚੱਕਦਾ, ਲੜਾਈ ਉੱਥੇ ਵੀ ਹੋਂਦ ਦੀ ਆ। ਸੋ ਇਹਦਾ ਮਤਲਬ ਹੋਂਦ ਦੀ ਲੜਾਈ ਬੜੇ ਫਰੰਟਾਂ ਤੇ ਲੜੀ ਜਾ ਰਹੀ ਆ। ਹੁਣ ਜੇ ਇਹਨਾਂ ਕਦਰਾਂ ਕੀਮਤਾਂ ਨੂੰ ਗਵਾ ਕੇ ਅਸੀਂ ਇਸ ਸਮਾਜ ਨੂੰ, ਇਹਦੀ ਬਣਤਰ ਨੂੰ, ਜਿਹੜੇ ਇੱਕ ਹਿਸਟੋਰੀਕਲ ਪ੍ਰੋਸੈਸ ਦੇ ਥਰੂ ਇਵੋਲਵ ਹੋ ਕੇ ਬਣਿਆ ਹੋਇਆ, ਇਹਨੂੰ ਅਸੀਂ ਤਾਂ ਨਹੀਂ ਬਣਾਇਆ। ਇਹ ਤਾਂ ਨਹੀਂ ਵੀ ਤੁਸੀਂ ਤੇ ਮੈਂ ਮਿੱਥ ਕੇ ਇਸ ਸਮਾਜ ਨੂੰ ਜਾਂ ਇਹੋ ਜਿਹਾ ਬਣਾਤਾ ਤੇ ਇਸ ਸੋਸ਼ਲ ਸਟਰਕਚਰ ਚੋਂ ਇੱਕ ਖਾਸ ਤਰ੍ਹਾਂ ਦੇ ਜਿਹੜੇ ਸੁਭਾਅ ਪੈਦਾ ਹੋਣ ਲੱਗ ਗਏ ਤੇ ਉਸ ਤਰ੍ਹਾਂ ਦੇ ਇਨਸਾਨ ਪੈਦਾ ਹੋਣ ਲੱਗ ਗਏ। ਇਹ ਤਾਂ ਨਹੀਂ ਆ। ਇਹ ਇੱਕ ਲੰਬਾ ਜਿਹੜਾ ਇਵੋਲਵ ਹੋਣ ਵਾਲਾ ਹਿਸਟੋਰੀਕਲ ਪ੍ਰੋਸੈਸ ਆ, ਉਹਦੇ ਵਿੱਚੋਂ ਇੱਕ ਕਦਰਾਂ ਕੀਮਤਾਂ ਉਸਰੀਆਂ, ਉਹਦੇ ਤੇ ਸਮਾਜ ਉਸਰਿਆ ਤੇ ਅਸੀਂ ਇੱਕ ਖਾਸ ਤਰ੍ਹਾਂ ਦੀ ਸੋਚ ਸਾਡੀ ਪੈਦਾ ਹੋਈ ਆ। ਹੁਣ ਅਸੀਂ ਲੜਾਈ ਕੀ ਲੜ ਰਹੇ ਹਾਂ? ਲੜਾਈ ਤਾਂ ਇਹੀ ਲੜ ਰਹੇ ਹਾਂ ਵੀ ਅਸੀਂ ਆਪਦੀ ਹੋਂਦ ਨੂੰ ਸਾਂਭ ਕੇ ਰੱਖੀਏ। ਅੱਜ ਜਿਹੜੀ ਨੇਸ਼ਨ ਸਟੇਟ ਆ ਜਾਂ ਦਿੱਲੀ ਹੈ ਨਾ, ਜਾਂ ਇਹ ਸਰਕਾਰਾਂ ਇਹ ਚਾਹੁੰਦੀਆਂ ਵੀ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਉਹਨਾਂ ਦੇ ਕਿਰਦਾਰ ਤੋਂ, ਉਹਨਾਂ ਦੇ ਗੁਰੂ 'ਚ ਭਰੋਸੇ ਤੋਂ ਤੇ ਉਹਨਾਂ ਦੇ ਜਿਹੜੇ ਫਲਸਫੇ ਆ, ਇਹਨਾਂ ਹਰ ਕਿਸੇ ਚੀਜ਼ ਤੋਂ ਦੂਰ ਕਰ ਦਿੱਤਾ ਜਾਵੇ। ਇਹਨਾਂ ਦੀ ਸੱਭਿਆਚਾਰਕ ਹੋਂਦ ਖਤਮ ਕਰਕੇ ਇਹਨਾਂ ਨੂੰ ਵੱਖਰੀ ਤਰ੍ਹਾਂ ਦੀ ਇੱਕ ਸਿਵਲਾਈਜੇਸ਼ਨ ਘੜ ਦਿਓ। ਇਹ ਤਾਂ ਉਹ ਚਾਹੁੰਦੇ ਆ। ਤੇ ਸਾਡੀ ਲੜਾਈ ਕੀ ਆ? ਸਾਡੀ ਲੜਾਈ ਇਹੀ ਆ ਵੀ ਇਹਦੇ ਖਿਲਾਫ ਅਸੀਂ ਆਪਦੀ ਰਿਜ਼ੈਂਟਮੈਂਟ, ਅਸੀਂ ਡਟ ਕੇ ਖੜੇ ਹੋ ਗਏ ਤੇ ਅਸੀਂ ਇਹ ਰੈਜ਼ਿਸਟੈਂਸ ਇਹਨਾਂ ਨੂੰ ਦੇ ਰਹੇ ਹਾਂ ਵੀ ਅਸੀਂ ਤੁਹਾਡੇ ਮਨੁੱਖੀ ਬੁੱਧੀ ਚੋਂ ਜਾਂ ਤੁਹਾਡੇ ਇੱਕ ਪੋਲੀਟੀਕਲ ਡਿਜ਼ਾਈਨ ਚੋਂ ਪੈਦਾ ਕੀਤੀ ਹੋਈ ਸੋਚ ਦੇ ਹਿਸਾਬ ਨਾਲ ਆਪਦੀ ਇੱਥੇ ਹੋਂਦ ਨਹੀਂ ਘੜਨੀ। ਸਾਡੀ ਜਿਹੜੀ ਹੋਂਦ ਆ ਉਹ ਸਾਡੇ ਫਲਸਫੇ ਚੋਂ, ਇਤਿਹਾਸ ਦੇ ਜਿਹੜੇ ਪੈਦਾ ਕੀਤੇ ਹੋਏ ਇੱਕ ਪ੍ਰੋਸੈਸ ਚੋਂ ਇਵੋਲਵ ਹੋ ਕੇ ਬਣੀ ਹੋਈ ਆ। ਇਹਦੇ ਤੇ ਅਸੀਂ ਕੋਈ ਸਮਝੌਤਾ ਨਹੀਂ ਕਰਨਾ। ਹੁਣ ਜਦੋਂ ਕੋਈ ਆਪਾਂ ਗੱਲ ਕਰਦੇ ਆ, ਚਾਹੇ ਸਾਡਾ ਕਿਸਾਨੀ ਸੰਘਰਸ਼ ਚੱਲ ਰਿਹਾ ਹੋਵੇ, ਕਿਸਾਨੀ ਸੰਘਰਸ਼ ਦੀ ਆੜ 'ਚ ਜੇ ਆਪਾਂ ਉਹਨਾਂ ਕਦਰਾਂ ਕੀਮਤਾਂ ਨੂੰ, ਉਹ ਕਦਰਾਂ ਕੀਮਤਾਂ ਜਿਹੜੀਆਂ ਪਵਿੱਤਰ ਆ, ਉਹਨਾਂ ਕਦਰਾਂ ਕੀਮਤਾਂ ਤੇ ਹੀ ਸਮਝੌਤੇ ਕਰਨ ਲੱਗ ਗਏ, ਫਿਰ ਗੱਲ ਖੜੂ ਕਿੱਥੇ ਜਾ ਕੇ? ਸੋ ਇਸ ਕਰਕੇ ਇੱਕ ਜਿਹੜਾ ਚੇਤਨ ਮਨੁੱਖ ਆ ਨਾ, ਜਿਵੇਂ ਸਾਨੂੰ ਵਾਹਿਗੁਰੂ ਨੇ ਜਾਂ ਇਹ ਕਹਿ ਲਓ ਵੀ ਅਕਾਲ ਪੁਰਖ ਨੇ ਸਾਜਿਆ, ਜਿਹੜਾ ਚੇਤਨ ਮਨੁੱਖ ਆ, ਜਿਹਦੀ ਜ਼ਿੰਮੇਵਾਰੀ ਆ ਵੀ ਉਹਨਾਂ ਕਦਰਾਂ ਕੀਮਤਾਂ ਨੂੰ ਸਾਂਭ ਕੇ ਰੱਖਣਾ, ਉਹ ਤਾਂ ਇਹ ਸੋਚੂਗਾ ਵੀ ਮੈਂ ਕਿਸ ਤਰ੍ਹਾਂ ਦੇ ਸਮਾਜ 'ਚ ਰਹਿ ਰਿਹਾ, ਇਹ ਸਮਾਜ ਕਿਸ ਤਰ੍ਹਾਂ ਦੇ ਮਨੁੱਖ ਘੜ ਰਿਹਾ ਤੇ ਇੱਥੇ ਸਾਨੂੰ ਕਿਵੇਂ ਵਿਚਰਨਾ ਚਾਹੀਦਾ। ਤੇ ਜੇ ਇਹ ਗੱਲਾਂ ਆਪਾਂ ਨਹੀਂ ਸੋਚਦੇ
फिर एक पुरजे की तरह रही जाओ समाज दे, जिहदी आपदी कोई सोझी नहीं, आपदी कोई चेतना नहीं। सो इस तरह तो मैनूं ऐ लगदा भी साडे गुरुआं ने सानूं रहण लई नहीं आखिया, सानूं एक चेतन मनुख के रूप च एक विवेक बख्शिया है ना अकाल पुरख वाहिगुरू ने। तो उस विवेक तो असीं सोचते हैं, इसे करके उस विवेक दे विचों ही ये गल साडे मनां च आई भी असीं लड़ाई साडे घरां च आ चुकी आ, लड़ाई साडी होंद दी आ, ते इस होंद दी लड़ाई नूं हुण सानूं लकीर खिच के लड़ना पऊगा। इस गल नूं समझण लई एक होर गल समझनी बड़ी जरूरी आ, ਉਹ ਇਹ ਆ ਵੀ ਜਦੋਂ ਆਪਾਂ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਹਾਂ, ਕੱਲ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇਹ ਕੋਈ ਮਿੱਥ ਕੇ ਗੱਲ ਨਹੀਂ ਹੋਈ ਸੀ, ਇਹ ਗੱਲਾਂ ਚੋਂ ਗੱਲ ਨਿਕਲੀ ਸੀ ਵੀ ਸ਼ਹੀਦ ਦੀ ਪਰਿਭਾਸ਼ਾ ਕੀ ਆ, ਤੇ ਸਾਡੇ ਜਿਹੜੇ ਬੰਦੇ ਆਪਦੀਆਂ ਜਾਨਾਂ ਕੁਰਬਾਨ ਕਰ ਗਏ ਉੱਥੇ, ਜਿਹੜੇ ਆਪਦੀਆਂ ਜਾਨਾਂ ਵਾਰ ਕੇ ਉਹਨਾਂ ਨੂੰ ਸਿਜਦਾ ਕਰਦੇ ਆ। ਇਹ ਤੁਸੀਂ ਕਿਵੇਂ ਕਿਆ ਸਾਈਆਂ ਲਾ ਲੀਆਂ, ਅੰਦਾਜ਼ੇ ਲਾ ਲਏ ਵੀ ਕਿਸਾਨੀ ਸੰਘਰਸ਼ ਮੇਰਾ ਸੰਘਰਸ਼ ਨਹੀਂ ਆ ਜਾਂ ਸਾਡਾ ਸੰਘਰਸ਼ ਨਹੀਂ ਆ। ਕਿਸਾਨੀ ਸੰਘਰਸ਼ ਮੈਂ ਵੀ ਓਨਾ ਹੀ ਜੁੜਿਆ ਹੋਇਆ ਜਿੰਨਾ ਪੰਜਾਬ ਦਾ ਹਰ ਮਨੁੱਖ, ਹਰ ਰੂਹ ਜੁੜੀ ਆ ਉਸ ਸੰਘਰਸ਼ ਨਾਲ। ਹਰ ਰੋਜ਼ ਕਿਸਾਨੀ ਸੰਘਰਸ਼ ਦੀ ਜਿੱਤ ਲਈ ਅਸੀਂ ਅਰਦਾਸ ਕਰਦੇ ਹਾਂ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਉੱਥੋਂ ਜਿੱਤ ਕੇ ਮੁੜੀਏ, ਔਰ ਇਹ ਵੀ ਅਰਦਾਸ ਕਰਦੇ ਹਾਂ ਵੀ ਬਾਜਾਂ ਵਾਲਿਓ ਤੁਹਾਡੀ ਅਗਵਾਈ 'ਚ ਸੰਘਰਸ਼ ਲੜ ਰਹੇ ਆ ਤੇ ਹੁਣ ਜਿੱਤੇ ਬਿਨਾਂ ਮੁੜਿਆ ਵੀ ਨਹੀਂ ਜਾਣਾ। ਪਰ ਸਾਡੀ ਜਿਹੜੀ ਲੜਾਈ ਆ, ਜਿਹੜੀ ਹੋਂਦ ਦੀ ਲੜਾਈ ਆਪਾਂ ਲੜ ਰਹੇ ਹਾਂ, ਉਹ 3 ਕਾਨੂੰਨਾਂ ਤੱਕ ਸੀਮਤ ਤਾਂ ਨਹੀਂ ਆ, ਲੜਾਈ ਉਦੋਂ ਵੱਡੀ ਆ, ਇਹ ਸਾਨੂੰ ਪਤਾ। ਸੋ ਇਸ ਗੱਲ ਨੂੰ ਸਮਝ ਕੇ ਇਹ ਬਹੁਤ ਫਰੰਟਾਂ ਤੇ ਲੜਾਈ ਲੜੀ ਜਾ ਰਹੀ ਆ। ਇਹ ਕਿਆਸਾਈਆਂ ਤੇ ਅੰਦਾਜ਼ੇ ਲਾਉਣੇ ਬੰਦ ਕਰੋ ਵੀ ਦੀਪ ਸਿੱਧੂ ਦਾ ਕਿਸਾਨੀ ਸੰਘਰਸ਼ ਨਾਲ ਕੋਈ ਉਹਦੇ ਨਾਲ ਕਿਸੇ ਤਰ੍ਹਾਂ ਦਾ ਤਾਲਮੇਲ ਨਹੀਂ ਆ, ਜਾਂ ਕਿਸਾਨੀ ਸੰਘਰਸ਼ ਦੇ ਦੀਪ ਸਿੱਧੂ ਕੋਈ ਉਲਟ ਪੋਜੀਸ਼ਨ ਲੈ ਕੇ ਖੜਾ ਹੋ ਗਿਆ। ਇਹ ਤੁਹਾਨੂੰ ਕਿਹਨੇ ਕਹਿਤਾ? ਜੇਲਾਂ ਕੱਟੇ ਆਏ, ਤੁਹਾਡੇ ਨਾਲ ਸੜਕਾਂ ਤੇ ਤੰਬੂਆਂ ਤੇ ਬੈਠ ਗਏ, ਤੇ ਹਜੇ ਵੀ ਜੇ ਇਹ ਪ੍ਰੂਵ ਕਰਨਾ ਪਊਗਾ ਵੀ ਕਿਸਾਨੀ ਸੰਘਰਸ਼ ਨਾਲ ਮੇਰਾ ਕੋਈ ਨਾਤਾ ਜਾਂ ਮੇਰਾ ਕੋਈ ਤਾਲਮੇਲ ਨਹੀਂ ਆ, ਫਿਰ ਤਾਂ ਗੱਲ ਮੇਰੇ ਖਿਆਲ 'ਚ ਬੜੀ ਬਦਕਿਸਮਤੀ ਆ। ਤੇ ਇਹ ਉਹਨਾਂ ਬੰਦਿਆਂ ਲਈ ਬਦਕਿਸਮਤੀ ਦੀ ਗੱਲ ਆ ਜਿਹੜੇ ਬੰਦੇ ਸਮਝਣ ਨੂੰ ਤਿਆਰ ਨਹੀਂ, ਕਿਉਂਕਿ ਜਿਨ੍ਹਾਂ ਨੇ ਵਿਰੋਧ ਕਰਨਾ ਹੁੰਦਾ ਉਹਨਾਂ ਨੇ ਤਾਂ ਫਿਰ ਵਿਰੋਧ ਹੀ ਕਰਨਾ, ਉਹਨਾਂ ਨੇ ਇਹ ਗੱਲਾਂ ਨਹੀਂ ਸਮਝਣੀਆਂ ਹੁੰਦੀਆਂ। ਸੋ ਗੱਲ ਜਿੱਥੇ ਆ ਕੇ ਖੜੀ ਆ, ਦੇਖੋ ਜਦੋਂ ਸੰਘਰਸ਼ ਕਰੀਦਾ, ਸੰਘਰਸ਼ ਕਿਹਦੇ ਖਿਲਾਫ ਕਰ ਰਹੇ ਆ? ਸੰਘਰਸ਼ ਉਹ ਬੀਜੇਪੀ ਜਾਂ ਉਹ ਤਾਨਾਸ਼ਾਹ ਮੋਦੀ ਜਿਹੜਾ ਬੈਠਾ ਉਹਦੇ ਖਿਲਾਫ ਕਰ ਰਹੇ ਆ। ਇਸ ਸਟੇਟ ਦੀ ਇੱਕ ਆਰਗਨ ਦੇ ਖਿਲਾਫ, ਇੱਕ ਐਸਪੈਕਟ ਦੇ ਖਿਲਾਫ ਸੰਘਰਸ਼ ਕਰ ਰਹੇ ਆ। ਹੁਣ ਜੇ ਸੰਘਰਸ਼ ਕਰ ਰਹੇ ਆ ਤਾਂ ਅਸੀਂ ਸੰਘਰਸ਼ ਕਰਨ ਵਾਲੇ ਪਾਸੇ ਆਈਏ। ਜਿੱਦਾਂ ਦਿੱਲੀ ਨੂੰ ਜਾਣਾ ਹੋਇਆ, ਜਿੱਦਾਂ ਮਿੱਥ ਕੇ ਜਾਣਾ ਹੋਇਆ ਵੀ ਹੁਣ ਮੱਥੇ 'ਚ ਵੱਜਾਂਗੇ, ਸਿੱਧੀ ਜਾ ਕੇ ਟੱਕਰ ਲਵਾਂਗੇ, ਉਦਾਂ ਦੀਪ ਸਿੱਧੂ ਨੂੰ ਬੁਲਾ ਲਿਓ। ਦੀਪ ਸਿੱਧੂ ਸਾਹਮਣੇ ਤੇ ਮੂਹਰੇ ਖੜਾ ਹੋਊਗਾ। ਗਲਾਂ 'ਚ ਗੁਲਾਮੀ ਦੇ ਪੱਟੇ ਪਾ ਕੇ ਤਾਂ ਦੀਪ ਸਿੱਧੂ ਤੋਂ ਸੰਘਰਸ਼ ਨਹੀਂ ਕਰੇ ਜਾਂਦੇ। ਸੋ ਇਹੋ ਜਿਹਾ ਸੰਘਰਸ਼ ਮੈਨੂੰ ਨਹੀਂ ਆਉਂਦਾ ਵੀ ਗਲਾਂ 'ਚ ਗੁਲਾਮੀ ਦੇ ਪੱਟੇ ਪਾ ਲਈਏ ਉਹਨਾਂ ਦੇ, ਤੇ ਫਿਰ ਉਹਨਾਂ ਦੇ ਮੂਹਰੇ ਦਰਾਂ ਤੇ ਜਾ ਕੇ ਬਹਿ ਕੇ ਕਹੀਏ ਅਸੀਂ ਸੰਘਰਸ਼ ਕਰ ਰਹੇ ਹਾਂ। ਡਰਾਮੇ ਮੇਰੇ ਤੋਂ ਨਹੀਂ ਹੋ ਸਕਦੇ। ਕਿਉਂ? ਇਹ ਇੱਕ ਬੜੀ ਪੁਰਾਣੀ ਗੱਲ ਆ। ਜਦੋਂ ਇਸ ਸਾਰੇ ਸੰਘਰਸ਼ ਦੇ ਅਰਸੇ ਦੌਰਾਨ ਮੈਂ ਬੜੀਆਂ ਚੀਜ਼ਾਂ ਦੇਖੀਆਂ ਵੀ ਇੱਕ once I climb one mountain and I go on top of it and I see there are many more mountains which still or yet has to be climbed. So ਗੱਲ ਇਹ ਆ ਵੀ ਇੱਕ ਪਹਾੜ ਚੜੋ ਤੇ ਫਿਰ ਗਾਂ ਹੋਰ ਦੇਖਦੇ ਆ ਵੀ ਬੜੇ ਚੋਟੀਆਂ ਤੇ ਪਹਾੜ ਪਏ ਆ ਜਿਨ੍ਹਾਂ ਨੂੰ ਹੋਰ ਚੜ੍ਹਨਾ ਪਊਗਾ ਤੇ ਉਹਨਾਂ ਦੇ ਉੱਤੋਂ ਉਹਨਾਂ ਨੂੰ ਵੀ ਸਰ ਕਰਨਾ ਪਊਗਾ। ਸੋ ਸੰਘਰਸ਼ ਦੀ ਇੱਕ ਜਿਹੜੀ ਜਜ਼ਬਾ ਜਾਂ ਇਹਦਾ ਆਪਾਂ ਇਹ ਕਹਿ ਲਈਏ ਵੀ ਇਹਦਾ ਇੱਕ ਜਿਹੜਾ ਅਸੈਂਸ ਆ ਉਹ ਇਹੀ ਆ। ਇੱਥੇ ਕਿਸੇ ਇੱਕ ਪੌੜੀ ਤੇ ਚੜ੍ਹਦੇ ਆ, ਗਾਂ ਅਗਲੀ ਪੌੜੀ ਤਿਆਰ ਰਹਿੰਦੀ ਆ। ਪਰ ਇੱਕ ਵਾਰੀ ਇਹ ਗੱਲ ਵੀ ਮੈਂ ਕਿਸੇ ਸਿਆਣੇ ਮਨੁੱਖ ਤੋਂ, ਕਿਸੇ ਸਿਆਣੇ ਬੰਦੇ ਤੋਂ ਸੁਣੀ ਸੀ ਵੀ ਸੱਚ ਜਿਹੜਾ ਹੁੰਦਾ ਨਾ ਉਹ ਕੌੜਾ ਬਹੁਤ ਹੁੰਦਾ, ਪਰ ਸੱਚ ਜੇ ਇੰਨੀ ਸੌਖੇ ਤਰੀਕੇ ਨਾਲ ਹੀ ਜਿੱਤਣ ਲੱਗ ਗਿਆ ਫਿਰ ਤਾਂ ਸਾਡੇ ਗੁਰੂਆਂ ਵੇਲੇ ਉਹ ਵੀ ਸੱਚ ਬੋਲਦੇ ਸੀ, ਫਿਰ ਤਾਂ ਜਿੱਤਣਾ ਬੜਾ ਆਸਾਨ ਸੀ। ਸੱਚ ਬੋਲਿਆ ਤੇ ਸੱਚ ਨੇ ਜਿੱਤ ਲਿਆ। ਸੱਚ ਨੂੰ ਜਿੱਤਣ ਲਈ ਬੜੇ ਲੰਬੇ ਸੰਘਰਸ਼ ਦੀ ਜ਼ਰੂਰਤ ਹੁੰਦੀ ਆ, ਤੇ ਸੱਚ ਨੇ ਬੜੇ ਲੰਬੇ ਸੰਘਰਸ਼ ਦੇ ਬਾਅਦ ਜਿੱਤਣਾ ਸੱਚ ਨਹੀਂ ਹੁੰਦਾ, ਖੜੇ ਸੱਚ ਤੇ ਹੀ ਆ। ਪਰ ਇਸ ਗ੍ਰਾਈਂਡ ਚੋਂ, ਇਸ ਦੌਰ ਚੋਂ ਨਿਕਲਣਾ ਵੀ ਇੱਕ ਸਾਡੇ ਲਈ ਇਮਤਿਹਾਨ ਆ ਜਿਹਦੇ ਚੋਂ ਨਿਕਲੀ ਜਾ ਰਹੇ ਆ। ਅੱਜ ਜਿੱਥੇ ਦੀਪ ਸਿੱਧੂ ਖੜਾ ਪੰਜਾਬ ਲਈ ਇੱਕ ਚੇਤਨ ਮਨੁੱਖ ਦੇ ਤੌਰ ਤੇ, ਇੱਕ ਗੱਲ ਮੈਂ ਤੁਹਾਨੂੰ ਅੱਜ ਲਾਈਵ 'ਚ ਆਪਦੇ ਇੱਕ ਸੈਸ਼ਨ 'ਚ ਇਹ ਦੱਸ ਰਿਹਾ, ਦੀਪ ਸਿੱਧੂ ਆਪਦੇ ਕੰਮ ਤੇ ਵਾਪਸ ਜਾ ਰਿਹਾ। ਫਿਲਮਾਂ ਵੀ ਬਣਾਵਾਂਗੇ ਪੰਜਾਬ ਦੇ ਲਈ, ਇੱਕ ਆਰਗੇਨਾਈਜੇਸ਼ਨ ਜਾਗਦੇ ਜ਼ਮੀਰਾਂ ਵਾਲੇ ਬੰਦਿਆਂ ਦੀ ਉਹ ਵੀ ਤਿਆਰ ਕਰਕੇ ਉਹਨੂੰ ਲਾਂਚ ਕਰਾਂਗੇ ਥੋੜੇ ਦਿਨਾਂ 'ਚ। ਵਾਰਸ ਪੰਜਾਬ ਦੇ ਜਿਹੜੇ ਲੜਾਈ ਲੜਨਾ ਚਾਹੁੰਦੇ ਆ, ਜਿਹੜੇ ਹੋਂਦ ਦੀ ਲੜਾਈ ਲੜਨਾ ਚਾਹੁੰਦੇ ਆ, ਜਿਹੜੇ ਇਹ ਸੋਚਦੇ ਆ ਵੀ ਹੁਣ ਇਸ ਵਾਰੀ
फलानी पार्टी च जाके इन्हां बंदियां दे मगर लग जाओ या फलाने बंदियां नूं लाओ, इन्हां नूं इलैक्शनां लड़ा दो, वो कुछ ठीक हो जाऊगा। इस स्ट्रक्चर चों, इस एग्जिस्टिंग स्ट्रक्चर चों जे सानूं ये लगदा भी असीं कुछ ठीक कर लांगे या इस एग्जिस्टिंग स्ट्रक्चर नूं सुधार लांगे, ये तां मेरे ख्याल च इहदियां कोशिशां पहलां बहुत हो चुकीआं। साडे तो सियाणे सियाणे बंदे इहदियां कोशिशां कर चुके आ। स्ट्रक्चर ना तां सुधारिया गया, ना इस स्ट्रक्चर चों सानूं साडे समाज दा, पंजाब दा हल मिलिया। इस स्ट्रक्चर नूं भन्न के एक नवां स्ट्रक्चर सिरजना पऊगा जे पंजाब दा हल चाहिदा। नहीं तां हर 5 सालां बाद तुहाडे कोले इलैक्शन आ जाया करदे आ, तुहाडी एनर्जी ते तुहाडा जिहड़ा टाइम आ, तुहाडे रिसोर्सिस आ, उत्थे वेस्ट करा दिंदे आ। पिछली वारी आम आदमी पार्टी दे मगर लगे रहे, ऐकती किसे होर दे मगर लग जाओ ते ये भरम भी तुहाडे टुट जाणगे। देखदे आ आउण वालीआं चोणां च तुहानूं थोड़े पल्ले की पैना। इहदा मतलब ये नहीं असीं भी जोर लाउणा छड्ड दईए, पर यह आ भी जोर किन्ना क लाउणा उत्थे सानूं ये तय करना पऊगा। सो you know, when once I heard this saying that a leader sometimes go off the flock and he goes in a new direction, confident of the aspect and the fact that he's gonna lead his people the right way. So गल ये आ, उस वेले जदों वो लीडर पासे तुरदा ना, या वो कोई बंदा जिहदे कोले थोड़ा बहुत विजन आ, वो पासे तुरदा, उस वेले उहदी समझ नहीं आउंदी हुंदी। समझ ही आउंदी उस वेले जाके आ जदों उहने उत्थे जाके एक नवां राह बनाता, नवां राह बना के उत्थे मिथ सिरजते। सो सानू घालना बड़ियां घालनियां पैणियां, आपदी लीडरशिप पैदा करनी पैनी आ। पंजाब नूं एक आपदी इवॉल्व हो के नवीं लीडरशिप पैदा करनी पैनी आ। वो लीडरशिप साडे सोशल स्ट्रक्चर दा भी ध्यान रखूगी, वो साडे पोलीटिकल स्ट्रक्चर दा भी ध्यान रखूगी। उन्हां ने साडी पंथक लीडरशिप भी पैदा करनी पैनी आ। अदरवाइज एक गल जिहड़ी इत्थे करनी बनदी आ, अज जिहड़े समय समय तो संघर्ष उठदे आ, संघर्ष उठदे आ, पंजाब दे संघर्ष उठदे आ साडे अवचेतन मन चों, साडे जज्बे चों, ते जदों कोई साडे ते भीड़ पैंदी आ, साडे बंदे मरदे आ, असीं बंदियां दे मुੱਲ पाउण लग जांदे आ। ਇਹ ਜਿਹੜੀਆਂ ਗੱਲਾਂ मैं कर रहा ਅੱਜ ਉਹ ਇਸ करके कर रहा, हर गल नूं वपारक दृष्टि चों, हर गल नूं आर्थिक दृष्टि चों देखना बंद करिए। ਪਹਿਲਾਂ ਤਾਂ जे जज्बे चों लड़दे हो ਤਾਂ ਉਹਦਾ हल भी जज्बे चों ਲੱਭਣਾ शुरू करिए, फिर ही ਅਸੀਂ ਕਿਸੇ ਪਾਸੇ ਨੂੰ ਤੁਰਾਂਗੇ, ਸਾਡਾ ਫੌ ਪਊਗਾ ਉੱਥੇ ਜਾ ਕੇ। ਅਦਰਵਾਈਜ਼ हर गल नूं जिवें ਇਹ ਵਪਾਰਕ दृष्टि चों ਅਸੀਂ देखना शुरू करता, ਤੇ फिर जे ਅਸੀਂ कहिए भी ਅਸੀਂ ਆਪਦਾ समाज सुधार ਲਾਂਗੇ, पंजाब ਨੂੰ कोई ਇੱਥੇ सोशल स्ट्रक्चर ਦਾ ਜਾਂ पोलीटिकल स्ट्रक्चर ਦਾ हल दे ਦਾਂਗੇ, ਤਾਂ ਇਹ ਸਾਡੇ ਕੋਲੇ ਇਹ टाइम पास करने वाली गल आ, या इट्स अ डे ड्रीमिंग। ये साडे कोलों ना तो हल मिलने आ ते ना ही असीं इत्थे कुछ सुधार कर सकते हैं। सो इसलिए पुरानियां जां जिहड़े साडे मनां च एक इंडियन स्टेट ने, एक नेशन स्टेट दे कॉन्सैप्ट पैदा किए हुए है ना, उन्होंने तोड़ो, आपदियां कदरां कीमतां नूं संभाल के रखो, गुलामी दे पट्टे मनां चों भी लाओ ते गलां चों भी लाओ। जदों तक यह नहीं लाउंदे उदों तक, और जदों तक असीं नवें स्ट्रक्चर नूं नहीं सिरजदे, नवें सिरों गल्लां नूं नहीं समझदे, उदों तक जे असीं कहांगे भी इत्थे तनाव टकराव पैदा होना बंद हो जाऊगा, या इत्थे कदे कामरेड आ जांदे आ, ओह आपदे हिसाब नाल गल्लां नूं सिरजन लग जांदे आ, कदे सरकार इत्थे कांग्रेसी अकाली आपदे हिसाब नाल सिरजन लग जांदे आ। आपदियां कदरां कीमतां साडे गुरुआं ने, साडे रहबरां ने सानूं बड़े स्ट्रोंग, बड़े साडे अंदर वो जिहड़ियां चिणगां लाइयां होईयां, वो साडे अंदर रूह च पईयां, उन्हां नूं किवें असीं वसार जांगे। एक गल शहादत ते आई, एक शहीदी ते आई, रोज़ अरदास करते हैं गुरुद्वारा साहब जाके। तुसीं आपदे आप तो यह पुछो भी अरदास च जदों सिंह शहीदां दी गल आउंदी आ ते किस तरह सजदा करते हैं उन्हां नूं असीं। पर जदों इस गल ते कोई विवाद उठदा, कोई भी पंथक शख्सियत या कोई भी साडा पंथक आगू या ਉਹ ਜਿਹਨੂੰ ਪੰਜਾਬ ਦਾ ਇਸ ਸਮਾਜ ਦਾ ਦਰਦ ਆ, ਜਿਹੜਾ ਕਦਰਾਂ ਕੀਮਤਾਂ ਨੂੰ ਸਾਂਭ ਕੇ ਰੱਖਣਾ ਚਾਹੁੰਦਾ, ਅੱਗੇ ਆ ਕੇ ਜਵਾਬ ਨਹੀਂ ਦਿੰਦਾ, ਅੱਗੇ ਆ ਕੇ ਖੜਾ ਨਹੀਂ ਹੁੰਦਾ। ਕਿਉਂ? ਕਿਉਂਕਿ ਅਗਲਾ ਕਹਿੰਦਾ ਮੈਂ ਕੀ ਲੈਣਾ, ਇਹ ਤਾਂ ਰਾਈਟ ਟਾਈਮ ਹੀ ਨਹੀਂ ਆ। ਰਾਈਟ ਤੇ ਰੋਂਗ ਟਾਈਮ ਕੀ ਹੁੰਦਾ? ਇਹ ਕੋਈ ਮਿੱਥ ਕੇ ਥੋੜੀ ਗੱਲ ਕਰਦਾ ਵੀ ਇਹ ਰਾਈਟ ਤੇ ਰੋਂਗ ਟਾਈਮ ਆ। ਉਹ ਕਿਸੇ ਡਿਸਕਸ਼ਨ ਚੋਂ, ਕਿਸੇ ਖਾਸ ਤਰ੍ਹਾਂ ਦੇ ਮਾਹੌਲ ਚੋਂ ਇੱਕ ਗੱਲ ਇਵੋਲਵ ਹੋ ਕੇ ਸਾਹਮਣੇ ਆਉਂਦੀ ਆ, ਉਹਦੇ ਤੇ ਚਰਚਾ ਛਿੜ ਜਾਂਦੀ ਆ, ਫਿਰ ਉਸ
ਚਰਚਾ ਨੂੰ ਅਸੀਂ ਹਮੇਸ਼ਾ ਹੀ ਪ੍ਰੋਪੇਗੈਂਡਾ ਲੈਂਗੁਏਜ 'ਚ ਯੂਜ਼ ਕਰਦੇ ਹਾਂ। ਹੁਣ ਪ੍ਰੋਪੇਗੈਂਡਾ ਲੈਂਗੁਏਜ ਕੀ ਆ? ਇਹ ਤਾਂ ਬੀਜੇਪੀ ਦਾ, ਇਹਨੂੰ ਕਿਸਾਨੀ ਸੰਘਰਸ਼ ਨਾਲ ਕੋਈ ਸਰੋਕਾਰ ਨਹੀਂ ਆ, ਇਹਦਾ ਉਹਦਾ ਨਾਲ ਕੋਈ ਨਾਤਾ ਨਹੀਂ ਆ। ਇਹ ਤਾਂ ਸਰਕਾਰ ਦਾ ਪਲਾਂਟਡ ਬੰਦਾ। ਸਰਕਾਰ ਦੇ ਪਲਾਂਟਡ ਤਾਂ ਤੁਸੀਂ ਹੋ ਜਿਹੜੇ ਗਲਾਂ 'ਚ ਗੁਲਾਮੀ ਦੇ ਪੱਟੇ ਪਾ ਕੇ ਜੰਤਰ ਮੰਤਰ ਜਾ ਕੇ ਬੈਠੇ ਹੋ। ਦੀਪ ਸਿੱਧੂ ਕਿਵੇਂ ਹੋ ਗਿਆ? ਦੀਪ ਸਿੱਧੂ ਤਾਂ 3 ਮਹੀਨੇ ਜੇਲ੍ਹ ਚਲਾ ਕੇ ਆਇਆ। ਦੀਪ ਸਿੱਧੂ ਤਾਂ ਉਹ ਤਸੀਹੇ ਕੱਟ ਕੇ ਆਇਆ ਜਿਹੜੇ ਹੋ ਸਕਦਾ ਮੈਂ ਸੋਚੇ ਵੀ ਨਾ ਹੋਣ। ਤੇ ਸਰਕਾਰ ਦੇ ਬੰਦੇ ਤਾਂ ਤੁਸੀਂ ਹੋ। ਸੋ ਇਸ ਕਰਕੇ ਜਿਹੜੇ ਜਦੋਂ ਕੱਚੇ ਪੈ ਗਏ ਨਾ, ਫਿਰ ਭਾਜਦਿਆਂ ਨੂੰ ਬਾਣ ਇੱਕੋ ਜਿਹੀ ਹੁੰਦੇ ਆ। ਫਿਰ ਦੇਖਾਂਗੇ ਕਿਹੜੇ ਭਾਅ ਵਿਖਦੀ ਆ, ਉਹਨਾਂ ਰਾਹਾਂ ਤੇ ਨਾ ਪਾਓ। ਇਸ ਟਾਈਮ ਤੁਹਾਡੇ ਨਾਲ ਖੜੇ ਆ। ਕਿਸਾਨੀ ਸੰਘਰਸ਼ ਸਾਡਾ ਆਪਦਾ ਸੰਘਰਸ਼ ਆ। ਇਸ ਟਾਈਮ ਉੱਥੇ ਹਰ ਰੂਹ ਨੂੰ ਸਿਜਦਾ ਜਿਹੜੀ ਬੈਠੀ ਆ, ਜਿਹੜੇ ਆਪਦੀਆਂ ਜਾਨਾਂ ਕੁਰਬਾਨ ਕਰ ਗਏ, ਉਹਨਾਂ ਨੂੰ ਵੀ ਸਿਜਦਾ। ਉਹਨਾਂ ਨੂੰ ਹਮੇਸ਼ਾ ਹੀ ਅਸੀਂ ਇਹ ਕਹਿੰਦੇ ਰਹਾਂਗੇ ਵੀ ਅਸੀਂ ਤੁਹਾਡੇ ਦੇਣਦਾਰ ਹਾਂ ਜੀ। ਤੁਸੀਂ ਜਿਹੜਾ ਜਜ਼ਬਾ ਤੇ ਜਿਹੜਾ ਸੰਘਰਸ਼ ਕੀਤਾ ਉਹ ਬਾਕਮਾਲ ਆ। ਪਰ ਇਹਨੂੰ ਕਿਸੇ ਹੋਰ ਪਾਸੇ ਗੱਲ ਲੈ ਕੇ ਜਾਣੀ ਤੇ ਦੀਪ ਸਿੱਧੂ ਨੂੰ ਐਂਟੀ ਸੋਸ਼ਲ ਜਾਂ ਐਂਟੀ ਪੰਜਾਬ ਜਾਂ ਕੋਈ ਗਵਰਨਮੈਂਟ ਦਾ ਪਲਾਂਟਡ ਬੰਦਾ ਪ੍ਰੂਵ ਕਰਨ ਦੀ ਕੋਸ਼ਿਸ਼ ਕਰਨੀ, ਤਾਂ ਇਹਦੇ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਹੁਣ ਨਗਦੋ ਨਗਦੀ ਦਿਆ ਕਰੂੰਗਾ। ਹੁਣ ਅਪੋਲੋਜੈਟਿਕ ਅਪਰੋਚ ਨਹੀਂ ਆ, ਨਗਦੋ ਨਗਦੀ ਦਿਆ ਕਰੂੰਗਾ। ਜਿਹਨੇ ਮੇਰੇ ਤੋਂ ਲੈ ਕੇ ਜਾਣੇ ਆ, ਜਿਹੜਾ ਸਵਾਲ ਕਰੂਗਾ ਉਹਨੂੰ ਸਵਾਲਾਂ ਦੇ ਜਵਾਬ ਮਿਲਣਗੇ। ਜਿਹੜਾ ਤੌਮਤਾਈਆਂ ਲੈ ਕੇ ਆਊਗਾ ਉਹਨੂੰ ਫਿਰ ਭਾਜਦਿਆਂ ਨੂੰ ਬਾਣ ਇੱਕੋ ਜਿਹਾ ਹੋਇਆ ਕਰੂਗਾ ਤੇ ਨਗਦੋ ਨਗਦ ਵੰਡਿਆ ਕਰੂੰਗਾ। ਇੱਥੇ ਕੋਈ ਅਪੋਲੋਜੈਟਿਕ ਅਪਰੋਚ ਨਹੀਂ ਆ। ਪੰਜਾਬ ਲਈ ਲੜਾਂਗੇ, ਡਟ ਕੇ ਖੜਾਂਗੇ। ਤੇ ਜੇ ਤੁਸੀਂ ਜਿੱਦੇ ਦਿੱਲੀ ਦਾ ਕੋਈ ਸੁਨੇਹਾ ਦਿੱਤਾ ਵੀ ਹੁਣ ਮੱਥੇ 'ਚ ਵੱਜਣਾ ਜਾ ਕੇ ਦੀਪ ਸਿੱਧੂ ਨੂੰ ਯਾਦ ਕਰ ਲਿਓ, ਉਦੋਂ ਤੁਹਾਨੂੰ ਦਿਖਾਵਾਂਗੇ ਵੀ ਕਿਹੜੇ ਭਾਅ ਵਿਖਦੀ ਆ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।